ਨੈਕਸਟ ਐਕਸਰਸਾਈਜ਼ ਸਟਾਰਟ ਕਰਨ ਲੱਗੇ ਆਪਾਂ। ਐਕਸਰਸਾਈਜ਼ 1.3 ਦੇਖੋ 1.3 ਦਾ ਫਰਸਟ ਸਮ ਕੀ ਹੈ। ਦ ਪੋਪੂਲੇਸ਼ਨ ਆਫ ਸਿਟੀ ਵਾਜ਼ ਦਿਸ ਇਨ ਈਅਰ 2014। ਟੋਟਲ ਪੋਪੂਲੇਸ਼ਨ, ਤੁਸੀਂ ਆਨਸਰ ਦਾ ਪ੍ਰੋਪਰ ਲਿਖਣਾ ਹੈ। ਟੋਟਲ ਪੋਪੂਲੇਸ਼ਨ ਆਫ ਸਿਟੀ ਇਨ 2014 ਵਿੱਚ ਪੋਪੂਲੇਸ਼ਨ ਕਿੰਨੀ ਹੈ 2305789 ਠੀਕ ਹੈ। ਇਨ ਦ ਈਅਰ 2015 ਇਟ ਇਨਕਰੀਜ਼ਡ ਬਾਈ ਦਿਸ। ਤੇ ਟੋਟਲ ਪੋਪੂਲੇਸ਼ਨ ਆਫ ਸਿਟੀ ਇਨ 2015 ਵਿੱਚ ਪੋਪੂਲੇਸ਼ਨ ਕਿੰਨੀ ਹੋ ਗਈ 107832 ਠੀਕ ਹੈ। ਪੋਪੂਲੇਸ਼ਨ ਇੰਨੀ ਹੋ ਗਈ। ਕਹਿੰਦੇ ਵਟ ਇਜ਼ ਦ ਪੋਪੂਲੇਸ਼ਨ ਇਨ ਦ ਸਿਟੀ 2015 ਦੇ ਵਿੱਚ ਪੋਪੂਲੇਸ਼ਨ ਕਿੰਨੀ ਹੋਊਗੀ ਟੋਟਲ। ਠੀਕ ਹੈ। ਇਹਦੇ ਵਿੱਚ ਕੀ ਜਦੋਂ ਆਪਾਂ ਕੈਲਕੂਲੇਸ਼ਨ ਕਰਨੀ ਹੈ ਵੀ 2015 ਵਿੱਚ ਕਿੰਨੀ ਕੈਲਕੂਲੇਸ਼ਨ ਹੋਗੀ ਟੋਟਲ, ਫਾਈਂਡ ਦ ਪੋਪੂਲੇਸ਼ਨ ਆਫ ਸਿਟੀ 2015। ਇਹਦੇ ਵਿੱਚ ਆਪਾਂ ਦੋਨਾਂ ਨੂੰ ਪਲੱਸ ਕਰਨਾ ਪੈਣਾ। ਠੀਕ ਹੈ। ਸਿੰਪਲੀ ਬਸ ਤੁਸੀਂ ਪਲੱਸ ਕਰ ਲੈਣਾ। ਇੱਥੇ ਪਲੱਸ ਆ ਜਾਊਗਾ, ਜਿਵੇਂ 3 + 2 5, 9 + 5 14, 1 ਕੈਰੀ 8 9 10 11 12, 1 ਕੈਰੀ 16, 1 ਕੈਰੀ 7 8 9 10 11 12 13 4 3। ਤਾਂ ਇੰਨਾ ਆ ਜਾਊਗਾ ਆਪਣੇ ਕੋਲ ਆਨਸਰ। ਸੌਰੀ ਇੱਥੇ ਆ ਜਾਊਗਾ 2। ਠੀਕ ਹੈ। ਇਟ ਮੀਨਸ ਕਿ ਟੋਟਲ ਪੋਪੂਲੇਸ਼ਨ 2015 ਵਿੱਚ ਇੰਨੀ ਹੋਗੀ। ਠੀਕ ਹੈ। ਨੈਕਸਟ ਆ ਗਿਆ ਦ ਪੋਪੂਲੇਸ਼ਨ ਆਫ ਮੁੰਬਈ ਇਜ਼ ਇੰਨਾ, ਦੈਟ ਆਫ ਕੋਲਕਾਤਾ ਇਜ਼ ਦਿਸ ਐਂਡ ਦੈਟ ਆਫ ਚੇਨਈ ਇਜ਼ ਦਿਸ। ਮੁੰਬਈ ਦੀ ਪੋਪੂਲੇਸ਼ਨ ਹੈਗੀ ਹੈ, ਮੁੰਬਈ ਪੋਪੂਲੇਸ਼ਨ ਇਨ ਮੁੰਬਈ, ਤੁਸੀਂ ਪ੍ਰੋਪਰ ਲਿਖਣਾ ਤੋਂ ਸਾਰਾ ਆਨਸਰ। ਠੀਕ ਹੈ। ਪੋਪੂਲੇਸ਼ਨ ਇਨ ਮੁੰਬਈ ਇਜ਼ 12442373। ਪੋਪੂਲੇਸ਼ਨ ਇਨ ਕੋਲਕਾਤਾ, ਕੋਲਕਾਤਾ ਵਿੱਚ ਪੋਪੂਲੇਸ਼ਨ ਕਿੰਨੀ ਹੈ 4496694। ਠੀਕ ਹੈ। ਅਤੇ ਪੋਪੂਲੇਸ਼ਨ ਚੇਨਈ ਦੀ ਕਿੰਨੀ ਹੈ, ਇੱਥੇ ਚੇਨਈ ਦੀ ਪੋਪੂਲੇਸ਼ਨ ਲਿਖ ਲੈਣੀ ਹੈ। ਉਹ ਕਿੰਨੀ ਹੈ 468108 ਕਲੀਅਰ। ਇਹਦੇ ਵਿੱਚ ਤੁਸੀਂ ਇਹਨਾਂ ਨੂੰ ਪਲੱਸ ਕਰਨਾ ਹੈ। ਪਲੱਸ ਕਰਨ ਲਈ ਕੀ ਕਰੋਗੇ, ਪਹਿਲਾਂ ਤੁਸੀਂ ਜਿਹੜੀ ਹੈਗੀ ਹੈ ਫਸਟ ਟਰਮ ਉਹਨੂੰ ਲਿਖ ਲਓ। ਠੀਕ ਹੈ। ਫਸਟ ਟਰਮ ਤੋਂ ਬਾਅਦ ਜੋ ਸੈਕਿੰਡ ਟਰਮ ਸ਼ੁਰੂ ਕਰਨੀ ਹੈ, ਸੈਕਿੰਡ ਟਰਮ ਹਮੇਸ਼ਾ ਪਿੱਛੋਂ ਸ਼ੁਰੂ ਕਰੀ ਦੀ ਹੁੰਦੀ ਹੈ। ਇੱਦਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ, ਹਮੇਸ਼ਾ ਕੋਈ ਵੀ ਟਰਮ ਪਲੱਸ ਕਰਨੀ ਹੈ ਮਾਈਨਸ ਕਰਨੀ ਹੈ, ਉਹ ਟਰਮ ਇਹਦੇ ਨੀਚੇ ਰੱਖਣੀ ਹੈ ਅਤੇ ਸਟਾਰਟ ਆਪਾਂ ਪਿੱਛੋਂ ਕਰਨੀ ਹੈ। ਇੱਦਾਂ ਕਰਕੇ ਕਲੀਅਰ। ਸਾਰੇ ਟਰਮਸ ਲਿਖਣੇ ਨਾ 4966944। ਹਾਂ, ਹੁਣ ਨੈਕਸਟ ਟਰਮ ਲਿਖ ਲਓ 01864। ਇਸ ਤੋਂ ਬਾਅਦ ਐਟ ਐਂਡ ਤੁਸੀਂ ਇਹਨੂੰ ਪਲੱਸ ਕਰਨਾ। ਪਲੱਸ ਕਰਨ ਤੁਹਾਡੇ ਕੋਲ ਆਨਸਰ ਕਿੰਨਾ ਆ ਜਾਊਗਾ ਇਹਦੇ ਵਿੱਚ, ਸੌਰੀ ਤੇ 3 ਨਹੀਂ ਆਉਣਾ ਸੀਗਾ, ਇਹਦੇ 3 ਨਹੀਂ ਆਉਣਾ ਸੀ, ਗਲਤ ਹੋ ਗਿਆ। ਇਹਨੂੰ ਪਹਿਲਾਂ ਇੱਦਾਂ ਹੀ ਲਿਖੋ 12442373। ਫਿਰ ਨੈਕਸਟ ਟਰਮ ਲਿਖੋ 4966944। ਫਿਰ ਨੈਕਸਟ ਟਰਮ ਲਿਖੋ 468108 ਬਸ ਹੁਣ ਸਾਰਿਆਂ ਨੂੰ ਪਲੱਸ ਕਰ ਦਿਓ। ਠੀਕ ਹੈ। ਪਲੱਸ ਕਰਨ ਤੁਹਾਡੇ ਕੋਲ ਆਨਸਰ ਆ ਜਾਊਗਾ 20154। ਆ ਟੋਟਲ ਪੋਪੂਲੇਸ਼ਨ ਆ ਜੂਗੀ ਤੁਹਾਡੇ ਕੋਲ 3 ਸਿਟੀਜ਼ ਦੀ। ਟੋਟਲ ਲਿਖਿਆ ਹੋਵੇ ਮਤਲਬ ਉੱਥੇ ਆਪਾਂ ਪਲੱਸ ਕਰਨਾ ਸਾਰੇ ਪੋਪੂਲੇਸ਼ਨਸ ਨੂੰ। ਨੈਕਸਟ ਆ ਗਿਆ ਆਪਣੇ ਕੋਲ ਦ ਡਿਫਰੈਂਸ ਬਿਟਵੀਨ ਦ ਨੰਬਰ ਇਜ਼ ਦਿਸ। ਆਪਣੇ ਕੋਲ 2 ਨੰਬਰਸ ਹੈ, ਕੋਈ ਵੀ ਨੰਬਰਸ ਦੇ ਵਿੱਚ ਦਾ ਆਪਾਂ ਨੂੰ ਡਿਫਰੈਂਸ ਗਿਵਨ ਹੈ ਇੰਨਾ। ਕੋਈ ਵੀ 2 ਨੰਬਰਸ ਹੈ ਤਾਂ ਤੁਸੀਂ ਦੇਖੋ, ਮੰਨ ਲਓ ਫਸਟ ਨੰਬਰ ਮਾਈਨਸ ਸੈਕਿੰਡ ਨੰਬਰ ਦਾ ਡਿਫਰੈਂਸ ਹੈ ਜੋ ਇੰਨਾ ਗਿਵਨ ਹੈ 693076। ਠੀਕ ਹੈ। ਇਫ ਦ ਸਮਾਲਰ ਨੰਬਰ ਇਜ਼ ਦਿਸ, ਹੁਣ ਇਹ ਡਿਫਰੈਂਸ ਪੋਜ਼ੀਟਿਵ ਹੈ। ਜਦੋਂ ਡਿਫਰੈਂਸ ਪੋਜ਼ੀਟਿਵ ਹੋਵੇ ਨਾ, ਮਤਲਬ ਕਿ ਜਿਹੜੀ ਫਸਟ ਟਰਮ ਹੁੰਦੀ ਹੈ ਉਹ ਬਿਗਰ ਹੁੰਦੀ ਹੈ, ਸੈਕਿੰਡ ਟਰਮ ਸਮਾਲਰ ਹੁੰਦੀ ਹੈ। ਤਾਂ ਆਪਾਂ ਨੂੰ ਸਮਾਲਰ ਟਰਮ ਗਿਵਨ ਹੈ, ਬਿਗਰ ਟਰਮ ਆਪਾਂ ਲੱਭਣੀ ਹੈ। ਮਤਲਬ ਫਸਟ ਟਰਮ ਆਪਾਂ ਲੱਭਣੀ ਹੈ, ਸੈਕਿੰਡ ਟਰਮ ਆਪਾਂ ਨੂੰ ਗਿਵਨ ਹੈ ਸਮਾਲਰ ਟਰਮ 4983783 ਸੈਕਿੰਡ ਟਰਮ ਗਿਵਨ ਹੈ। ਇੱਥੇ ਆ ਵਾਲੀ ਟਰਮ ਉੱਦਾਂ ਹੀ ਰੱਖ ਲਓ। ਠੀਕ ਹੈ। ਜੋ ਵੀ ਹੈ ਗਿਵਨ ਸੀ ਉੱਦਾਂ ਹੀ ਰੱਖਤਾ। ਹੁਣ ਆਪਾਂ ਕੀ ਕਰਨਾ, ਫਸਟ ਟਰਮ ਕੱਢਣੀ ਹੈ ਨਾ, ਫਸਟ ਨੂੰ ਰੱਖੋ ਇੱਧਰ। ਜਿਹੜੀ ਇਹ ਮਾਈਨਸ ਵਾਲੀ ਟਰਮ ਹੈ ਸਾਰੀ, ਇਹ ਉੱਧਰ ਜਾ ਕੇ ਪਲੱਸ ਹੋ ਜਾਂਦੀ ਹੁੰਦੀ ਹੈ। ਇੱਧਰ ਮਾਈਨਸ ਦੀ, ਉੱਧਰ ਜਾ ਕੇ ਪਲੱਸ, ਤਾਂ ਉੱਧਰ ਜਾ ਕੇ ਆਹ ਵਾਲੀ ਟਰਮ ਤਾਂ ਸੇਮ ਹੀ ਹੈ। ਠੀਕ ਹੈ। ਆਹ ਟਰਮ ਸੇਮ ਹੈ, ਪਲੱਸ ਇਹਦੇ ਵਿੱਚ ਆਹ ਵਾਲੀ ਟਰਮ ਪਲੱਸ ਹੋ ਜੂਗੀ। ਇਹਨੂੰ ਲਿਖ ਲਓ ਇੱਧਰ ਪ੍ਰੋਪਰਲੀ, ਪਿੱਛੋਂ ਸ਼ੁਰੂ ਕਰਨਾ ਤਾਂ ਜੋ ਤੁਹਾਨੂੰ ਪ੍ਰੋਪਰ ਕੋਈ ਮਤਲਬ ਪ੍ਰੋਬਲਮ ਨਾ ਆਵੇ ਇਹਦੇ ਵਿੱਚ। ਠੀਕ ਹੈ। ਜਦੋਂ ਇਹਨੂੰ ਪਲੱਸ ਕਰੋਗੇ,
ਇਹਦਾ ਆਨਸਰ ਆ ਜਾਊਗਾ ਤੁਹਾਡੇ ਕੋਲ 137530911 ਤਾਂ ਇਹ ਆ ਜਾਊਗਾ ਤੁਹਾਡੇ ਕੋਲ ਆਨਸਰ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਦ ਟੋਟਲ ਪਾਪੂਲੇਸ਼ਨ ਆਫ ਸਿਟੀ ਵਾਜ਼ ਦਿਸ ਇਫ ਦ ਨੰਬਰ ਆਫ ਮੇਲਸ ਇਜ਼ ਦਿਸ ਫਾਈਂਡ ਨੰਬਰ ਆਫ ਫੀਮੇਲ। ਇੱਕ ਪੂਰੀ ਸਿਟੀ ਹੈ, ਸਿਟੀ ਵਿੱਚ ਓਬਵੀਅਸ ਹੈ ਇੱਕ ਤਾਂ ਮੇਲ ਰਹਿੰਦੇ ਹੋਣਗੇ, ਇੱਕ ਫੀਮੇਲਸ ਹੋਣਗੇ, ਮਤਲਬ ਇੱਕ ਔਰਤ ਹੋਣਗੇ ਇੱਕ ਆਦਮੀ ਹੋਣਗੇ। ਠੀਕ ਹੈ। ਟੋਟਲ ਪਾਪੂਲੇਸ਼ਨ ਸਿਟੀ ਦੀ ਆਪਾਂ ਨੂੰ ਗਿਵਨ ਹੈ। ਟੋਟਲ ਪਾਪੂਲੇਸ਼ਨ ਮਤਲਬ ਮੇਲ ਪਲੱਸ ਫੀਮੇਲ, ਟੋਟਲ ਆਪਾਂ ਨੂੰ ਸਿਟੀ ਦੇ ਗਿਵਨ ਹੈ 167855101 ਇਨ ਟੋਟਲ ਪਾਪੂਲੇਸ਼ਨ ਗਿਵਨ ਹੈ। ਇਫ ਦ ਨੰਬਰ ਆਫ ਮੇਲਸ ਇਜ਼ ਦਿਸ, ਆ ਮੇਲ ਦੀ ਵੈਲਿਊ ਆਪਾਂ ਨੂੰ ਗਿਵਨ ਹੈ 898732 ਫਾਈਂਡ ਦ ਨੰਬਰ ਆਫ ਫੀਮੇਲ। ਫੀਮੇਲ ਆਪਾਂ ਲੱਭਣਾ ਤਾਂ ਫੀਮੇਲ ਨੂੰ ਇੱਦਾਂ ਹੀ ਰੱਖੋ ਇਜ਼ ਇਕੁਅਲ ਟੂ ਇੱਦਾਂ ਹੀ, ਆਹ ਵਾਲੀ ਟਰਮ ਵੀ ਇੱਦਾਂ ਹੀ। ਠੀਕ ਹੈ। ਹੁਣ ਆਪਾਂ ਫੀਮੇਲ ਲੱਭਣੀ ਹੈ ਨਾ, ਤਾਂ ਆਹ ਵਾਲੀ ਜਿਹੜੀ ਵੀ ਟਰਮ ਹੈ ਇਹਨੂੰ ਉੱਧਰ ਲੈ ਜਾਓ। ਜਦੋਂ ਆਪਾਂ ਕੋਈ ਵੀ ਚੀਜ਼ ਪਲੱਸ ਦੀ ਉੱਧਰ ਲੈ ਕੇ ਜਾਂਦੇ ਹਾਂ ਉਹ ਮਾਈਨਸ ਬਣ ਜਾਂਦੀ ਹੈ, ਜੇ ਇੱਧਰੋਂ ਮਾਈਨਸ ਦੀ ਲੈ ਕੇ ਜਾਂਦੇ ਹਾਂ ਤਾਂ ਪਲੱਸ ਦੀ ਬਣ ਜਾਂਦੀ ਹੈ। ਹੁਣ ਆਹ ਪੂਰੀ ਟਰਮ ਪਲੱਸ ਦੀ ਹੈ ਨਾ, ਉੱਧਰ ਜਾ ਕੇ ਮਾਈਨਸ, ਫੀਮੇਲ ਉਵੇਂ ਰੱਖੋ ਇਕੁਅਲਸ ਟੂ ਆਹ ਵਾਲਾ ਉਵੇਂ ਰੱਖੋ, ਆਹ ਵਾਲੀ ਟਰਮ ਸੇਮ ਉੱਦਾਂ ਹੀ ਰੱਖੋ, ਮਾਈਨਸ ਆ ਇੱਧਰ ਆ ਜਾਊਗੀ, ਮਾਈਨਸ ਕਰ ਦਿਓ ਇਹਨੂੰ, ਬਸ ਇੱਦਾਂ ਲਿਖੋ, ਨੀਚੇ ਪਿੱਛੋਂ ਸ਼ੁਰੂ ਕਰ ਲਓ 7898। ਜਦੋਂ ਤੁਸੀਂ ਇਹਨੂੰ ਮਾਈਨਸ ਕਰੋਗੇ ਪ੍ਰੋਪਰਲੀ ਮਾਈਨਸ ਕਰਿਓ, ਮਾਈਨਸ ਕਰਨ ਤੁਹਾਡੇ ਕੋਲ ਆਨਸਰ ਆ ਜਾਊਗਾ 77977775। ਤਾਂ ਇਹ ਆ ਜਾਊਗਾ ਤੁਹਾਡੇ ਕੋਲ ਨੰਬਰ ਆਫ ਫੀਮੇਲਸ ਦੀ ਵੈਲਿਊ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਦ ਕੋਸਟ ਆਫ ਮੋਬਾਈਲ ਫੋਨ ਇਜ਼ ਦਿਸ। ਮੰਨ ਲਓ ਤੁਸੀਂ ਇੱਕ ਸ਼ਾਪ 'ਤੇ ਗਏ ਅਤੇ ਸ਼ਾਪਕੀਪਰ ਨੇ ਕਿਹਾ ਕਿ ਜਿਹੜਾ ਮੋਬਾਈਲ ਫੋਨ ਨਿਊ ਵਾਲਾ ਉਹ ਇੰਨੇ ਰੁਪੀਜ਼ ਦਾ 16,355 ਰੁਪੀਜ਼ ਦਾ। ਫਾਈਂਡ ਦ ਕੋਸਟ ਆਫ 643 ਸੱਚ ਮੋਬਾਈਲ ਫੋਨ। ਤੁਸੀਂ ਹੁਣ ਇੱਕ ਨਹੀਂ ਮੋਬਾਈਲ ਫੋਨ ਲੈਣਾ, ਤੁਸੀਂ 643 ਮੋਬਾਈਲ ਫੋਨਸ ਲੈਣੇ ਆ। ਠੀਕ ਹੈ। ਤੁਸੀਂ ਹੁਣ ਇਹਦੀ ਕੋਸਟ ਕੈਲਕੂਲੇਟ ਕਰਨੀ ਹੈ, ਤਾਂ ਕਿਵੇਂ ਕਰੋਗੇ? ਸਭ ਤੋਂ ਪਹਿਲਾਂ ਤੁਸੀਂ ਇੱਥੇ ਲਿਖ ਲਿਓ ਕੋਸਟ ਆਫ ਵਨ ਮੋਬਾਈਲ ਫੋਨ। ਵਨ ਮੋਬਾਈਲ ਫੋਨ ਦੀ ਕੋਸਟ ਆਪਾਂ ਨੂੰ ਕਿੰਨੀ ਗਿਵਨ ਹੈ? ਰੁਪੀਜ਼ 16355। ਇੰਨੀ ਕੋਸਟ ਆਪਾਂ ਨੂੰ ਗਿਵਨ ਹੈ ਨਾ। ਆਪਾਂ ਲੱਭਣੀ ਹੈ ਕੋਸਟ ਆਫ 643 ਮੋਬਾਈਲ ਫੋਨ। 643 ਮੋਬਾਈਲ ਫੋਨ ਦੀ ਕੋਸਟ ਕਿੰਨੀ ਹੋਊਗੀ? ਜਦੋਂ ਕਦੇ ਵੀ ਕੁਐਸਚਨ ਵਿੱਚ ਇੱਕ ਚੀਜ਼ ਗਿਵਨ ਹੋਵੇ ਅਤੇ ਆਪਾਂ ਕਾफ़ੀ ਚੀਜ਼ ਲੱਭਣੀਆਂ ਹੋਣ ਤਾਂ ਉਹਨਾਂ ਨੂੰ ਆਪਾਂ ਕਰਦੇ ਹੁੰਦੇ ਹਾਂ ਮਲਟੀਪਲਾਈ। ਤਾਂ ਆਹ ਵਾਲੇ ਟਰਮ ਨਾਲ ਆਪਾਂ ਮਲਟੀਪਲਾਈ ਕਰ ਦਾਂਗੇ ਜਿੰਨੇ ਵੀ ਮੋਬਾਈਲ ਫੋਨਸ ਲੈਣੇ ਆ 643। ਤਾਂ ਮਲਟੀਪਲਾਈ ਕਿਵੇਂ ਕਰੋਗੇ? ਤੁਹਾਨੂੰ ਆਉਂਦਾ ਹੀ ਹੈ 16355 ਮਲਟੀਪਲਾਈ 346। ਇਹਨੂੰ ਮਲਟੀਪਲਾਈ ਕਰੋਗੇ ਤਾਂ ਮਲਟੀਪਲਾਈ ਕਰਨ ਤੋਂ ਬਾਅਦ ਤੁਹਾਡੇ ਕੋਲ ਕੀ ਆ ਜਾਊਗਾ? ਫਸਟ ਰੋ ਵਿੱਚ ਇੱਥੇ ਆ ਜਾਊਗਾ 56094। ਠੀਕ ਹੈ। ਸੈਕਿੰਡ ਵਾਲੀ 'ਚ ਰੋਜ਼ ਤੁਹਾਡੇ ਕੋਲ ਆ ਜਾਊਗਾ ਇੱਥੇ 0 2 4 5 6। ਅੱਗੇ ਥਰਡ ਵਾਲੀ ਰੋ 'ਚ ਆ ਜਾਊਗਾ ਤੁਹਾਡੇ ਕੋਲ 0 3 1 8 9। ਤਾਂ ਬਾਅਦ 'ਚ ਆਪਾਂ ਐਂਡ 'ਚ ਪਲੱਸ ਕਰਦੇ ਹੁੰਦੇ ਹਾਂ, ਪਲੱਸ ਕਰ ਦਿਓ ਕਿੰਨਾ ਆ ਜਾਊਗਾ 5 6 2। ਆਫਟਰ ਦੈਟ ਤੁਹਾਡੇ ਕੋਲ ਆ ਜਾਊਗਾ 6। ਇਹ ਆ ਜਾਊਗਾ ਤੁਹਾਡੇ ਕੋਲ 1501। ਤਾਂ ਇਹ ਆ ਗਿਆ ਤੁਹਾਡੇ ਕੋਲ ਆਨਸਰ। ਮਤਲਬ ਤੁਹਾਨੂੰ ਇੰਨੇ ਰੁਪੀਜ਼ ਦੇਣੇ ਪੈਣੇ ਹੈ ਜੇ ਤੁਸੀਂ 643 ਮੋਬਾਈਲ ਫੋਨਸ ਲੈਣੇ ਆ। ਹੁਣ ਆਪੇ ਕਾਊਂਟ ਕਰ ਲਓ ਕਿੰਨੇ ਹੋ ਗਏ? 1s 10s 100 1000 10,000 ਲੱਖ 10 ਲੱਖ ਕਰੋੜ। ਮਤਲਬ ਤੁਸੀਂ ਉਹਨੂੰ 1,51,162,000 ਦਿਸ ਮਚ ਮਨੀ ਮਤਲਬ ਤੁਸੀਂ ਉਹਨੂੰ ਦੇਣੀ ਪੈਣੀ ਹੈ, ਇੰਨੇ ਕਰੋੜ ਰੁਪਏ ਦੇਣੇ ਪੈਣੇ ਆ ਜੇ ਤੁਸੀਂ ਮੋਬਾਈਲ ਫੋਨ ਇੰਨੇ ਲੈ ਕੇ ਆਉਣੇ ਆ। ਠੀਕ ਹੈ। ਨੈਕਸਟ ਆ ਮੈਂ ਆਪਣੇ ਕੋਲ ਐਗਜ਼ਾਮਪਲ 6 ਦ ਮਾਸ ਆਫ ਗੈਸ ਸਿਲੰਡਰ ਇਜ਼ ਦਿਸ। ਆਪਣੇ ਕੋਲ ਜਿਹੜੀ ਮਾਸ ਹੈ, ਮਾਸ ਆਫ ਐਮਟੀ ਗੈਸ ਸਿਲੰਡਰ, ਇੱਕ ਖਾਲੀ ਗੈਸ ਸਿਲੰਡਰ ਹੈ, ਉਹਦਾ ਮਾਸ ਆਪਾਂ ਨੂੰ ਗਿਵਨ ਹੈ 15 kg 310 ਗ੍ਰਾਮ। ਇਹਦੇ ਵਿੱਚ ਆਪਾਂ ਫਾਈਂਡ ਆਊਟ ਕਰਨਾ ਹੈ ਮਾਸ ਆਫ ਐਮਟੀ 23 ਗੈਸ ਸਿਲੰਡਰਸ। ਸਮਝਾਇਆ ਨਾ ਕਿ ਜਦੋਂ ਆਪਾਂ ਨੂੰ ਇੱਕ ਗਿਵਨ ਹੋਵੇ ਅਤੇ ਆਪਾਂ ਕਾਫੀ ਸਾਰੇ ਲੱਭਣੇ ਹੋਣ ਤਾਂ ਜੋ ਵੀ ਟਰਮ ਗਿਵਨ ਹੁੰਦੀ ਹੈ ਉਹਨੂੰ ਮਲਟੀਪਲਾਈ ਕਰ ਦਿਆ ਕਰੋ ਜਿੰਨੀ ਵੈਲਿਊਜ਼ ਆਪਾਂ ਲੱਭਣੀ ਹੈ, ਇਹਦੇ ਨਾਲ ਮਲਟੀਪਲਾਈ ਕਰ ਦਿਆ ਕਰੋ। ਹੁਣ ਮਲਟੀਪਲਾਈ ਕਰਨੀ ਸਿੱਖ ਲਓ ਕਿਵੇਂ ਕਰਨੀ ਹੈ। ਕਿਲੋਗ੍ਰਾਮ ਉੱਪਰ, ਗ੍ਰਾਮ ਇੱਥੇ, 15 kg ਗਿਵਨ ਹੈ, 310 ਗ੍ਰਾਮ ਗਿਵਨ ਹੈ। ਇਹਨੂੰ ਆਪਾਂ ਮਲਟੀਪਲਾਈ ਕਰਨਾ ਹੈ 23 ਨਾਲ, ਹੈ ਨਾ। 23 ਨੀਚੇ ਰੱਖ ਲਓ। ਇਹਨੂੰ ਇਹਨਾਂ ਕੀਤਾ 0 3 9, ਫਿਰ ਨੈਕਸਟ ਨਾਲ 15 1 ਕੈਰੀ 4
मल्टीप्लाई इनू इतना किता 0 2 3 2 ज़ार 6 5 2 ज़ार 10 ते 3 ठीक है सही है ना 0 2 6 10 3 हाँ फिर इनू प्लस कर दो 0 3 1 इत्थे आ जाऊगा 1 सॉरी 1 कैरी 2 4 इधर 1 कैरी 5 3 तो कितना जूगा 352 kg 130 ग्राम इन्ना जूगा अपने कोल आंसर ठीक है तो मतलब सिंपली मल्टीप्लाई करना है मल्टीप्लाई करन ते जिन्ना इत्थे बच जूगा इन्ना खत्म हो गया kg इन्ना खत्म हो गए ग्राम। नैक्सट आ गया अपने कोल द लेंथ ऑफ क्लॉथ रिक्वायर्ड फॉर अ शर्ट इज़ दिस भी एक मैं शर्ट तैयार करनी है और शर्ट तैयार करने लिए मैनू क्लॉथ चाहिए 2 मीटर 25 सेंटीमीटर सो लेंथ ऑफ क्लॉथ फॉर वन शर्ट बनाने लिए मैनू किन्नी क्लॉथ चाहिए है 2 मीटर 25 सेंटीमीटर उदां दे मैं की है 18 शर्ट्स बनानी है लेंथ ऑफ क्लॉथ फॉर 18 शर्ट्स तो एक शर्ट की गिवन आप 18 कढ़नी है तो आप की करांगे इन्हों मल्टीप्लाई तो 2 मीटर 25 सेंटीमीटर में आप मल्टीप्लाई कर देंगे 18 नाल ठीक है इत्थे भी की करो मीटर उपर रखो फिर सेंटीमीटर 2 मीटर 25 सेंटीमीटर में आप मल्टीप्लाई करना है 18 नाल ठीक है 8 5 ज़ार 40 4 कैरी 8 2 ज़ार 16 प्लस 4 20 इधर 2 गया कैरी 8 2 ज़ार 16 17 18 इतने आ जाऊगा 18 मल्टीप्लाई फिर इन 1 ना कर दो 5 इतने खत्म हो गया ना 2 2 खत्म हो गया हुण ए वाला 2 इत्थे शिफ्ट हो जाऊगा बस इत्थे इन्ना ही करना जिन्ना उपर आया उन्ना ही नीचे करना इत्थे नहीं इन्हूं शिफ्ट करना ठीक है इत्थे 2 आ जाऊगा इत्थे आ गया अगेन 2 आया इत्थे आ जाऊगा इनू हम प्लस कर दो कितना आंसर आ जाऊगा 0 5 0 4 तो कितना आ गया 40 मीटर 50 सेंटीमीटर तो ये आ गया अपने कोल आंसर ठीक है। नैक्सट आ गया अपने कोल अ कार कवर्स 675 किलोमीटर इन 12 आवर्स एक कार है उन्हें 675 किलोमीटर की है 12 आवर विच कवर किया है आप स्पीड ऑफ कार लभनी है तो ये ना जो अपन डिस्टेंस गिवन हो आपू डिस्टेंस गिवन है डिस्टेंस ऑफ कार कितना गिवन आपू डिस्टेंस कवर्ड बाय कार 675 किलोमीटर तो आपू टाइम गिवन है टाइम टेकन कितना 12 आवर ठीक है तो आप लभनी है स्पीड ये जो स्पीड लभनी हो ना स्पीड का फॉर्मूला डायरैक्ट पुट कर लिया करो स्पीड इज़ इक्वल टू डिस्टेंस ओवर टाइम बस ये लर्न कर लो क्योंकि तुम नैक्सट चैप्टर आना ही है स्पीड डिस्टेंस टाइम उत्थे भी आप करांगे तो हुणे लर्न कर लो स्पीड इज़ इक्वल्स टू डिस्टेंस ओवर टाइम डिस्टेंस अपन कितना गिवन है 675 किलोमीटर ओवर अपन टाइम कितना गिवन है 12 आवर वैसे जो अपन न्यूमैरिकल वैल्यू लिखते हैं उदों यूनिट्स नहीं लिखते होंगे सिंपल लिखो 675/12 जो इन्हूं सॉल्व करोगे तुहाडे कोल आंसर आ जाऊगा इत्थे इन्हूं सॉल्व कर लो सॉल्व करन ते तुहाडे कोल आंसर आ जाऊगा 675 डिवाइड 12 तो आंसर आ गया अपने कोल 56.25 किलोमीटर पर आवर तुसीं बस इन्ना ही छड्ड दो किलोमीटर पर आवर विच थोड़ा डिवाइड करके पॉइंट्स आंसर कढ़ देना ठीक है अगर पॉइंट्स आंसर नहीं कढ़ना होंदा तो इत्थे ही छड्ड दो तां भी कोई गल नहीं बस किलोमीटर पर आवर अगर सीखना पॉइंट्स कढ़ना तो भी देख लो जिहदा डिवाइड होवे ना इहदा डिवाइड लिख के आ निचली टर्म डिनोमीनेटर में रखी बाहर न्यूमीनेटर में रखी अंदर ठीक है हम आप डिवाइड करना ना 12 का टेबल लिख लो 12 24 36 48 60 72 अपन पहला 67 चाहिए 67 तो जाता नहीं 60 जाता 60 किन्ने जाता है 1 2 3 4 5 तो जाता है इन्हों माइनस कर दो 7 5 नीचे ठीक है हम 12 टेबल से 75 तो जाता नहीं 84 आ जाऊगा 75 जाता नहीं 72 जाता है 72 भेज दो किन्ने जा रहा 1 2 3 4 5 6 तो जा रहा ना किन्ना आ जाऊगा अपने को 3 तो हम अपन की 3 है 12 टेबल 3 तो जाता नहीं तो इतने 0 पाओ इतने पॉइंट पा दो ठीक है हम 30 जाता है नहीं जाता 24 जाता लास्ट 2 तो जाऊगा 24 फिर 6 आ गया फिर पिछे 0 पा दो एक जाता है 1 2 3 4 5 ये 5 तो जाता है रिमाइंडर 0 तो आंसर कितना आ जाऊगा 56.25 किलोमीटर पर आवर क्लीयर।
ਨੈਕਸਟ ਆ ਗਿਆ ਅ ਵੈਸਲ ਹੈਜ਼ 70 ਲੀਟਰ ਆਫ ਕੋਲਡ ਡਰਿੰਕ। ਇੱਕ ਵੈਸਲ ਦੇ ਵਿੱਚ ਇਨ ਵਨ ਵੈਸਲ ਕਿੰਨਾ ਕੋਲਡ ਡਰਿੰਕ ਹੈ 70 ਲੀਟਰ। ਇਨ ਹਾਊ ਮੈਨੀ ਬੋਟਲਸ 1 ਲੀਟਰ 250 ml ਕਪੈਸਿਟੀ ਕੈਨ ਬੀ ਫਿਲਡ। ਕਿੰਨੀਆਂ ਬੋਟਲ ਦੇ ਵਿੱਚ 1 ਲੀਟਰ 250 ml ਜਿਹੜੀ ਕਪੈਸਿਟੀ ml ਜਿਹੜਾ ਵੋਲੀਅਮ ਹੈ ਇਹ ਕਿੰਨੀਆਂ ਬੋਟਲ ਦੇ ਵਿੱਚ ਫਿਲ ਹੋ ਜਾਊਗਾ। ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹਦੇ ਵਿੱਚ ਆਪਾਂ ਨੂੰ ml ਗਿਵਨ ਹੈ ਅਤੇ ਇੱਥੇ ਆਪਾਂ ਨੂੰ ਲੀਟਰ ਗਿਵਨ ਹੈ। ਇਹਨਾਂ ਸਾਰਿਆਂ ਨੂੰ ਪਹਿਲਾਂ ਇੱਕ ਯੂਨਿਟ ਵਿੱਚ ਕਨਵਰਟ ਕਰ ਲਓ। ਆਪਾਂ ਕੀ ਕਰਦੇ ਹਾਂ, ਲੀਟਰ ਨੂੰ ਇੱਥੋਂ ਮਿਲੀਲੀਟਰ ਵਿੱਚ ਕਨਵਰਟ ਕਰ ਲੈਂਦੇ ਹਾਂ। 1 ਲੀਟਰ ਦੇ ਵਿੱਚ 1000 ਮਿਲੀਲੀਟਰ ਹੁੰਦੇ ਹੈ। 1 ਲੀਟਰ ਵਿੱਚ 1000 ਮਿਲੀਲੀਟਰ ਤਾਂ 70 'ਚ ਕਿੰਨੇ ਹੋਣਗੇ 70 ਮਲਟੀਪਲਾਈ 1000 ml। ਠੀਕ ਹੈ, ਤਾਂ ਕਿੰਨਾ ਆ ਜਾਊਗਾ ਆਪਣੇ ਕੋਲ 7 1 2 3 4 1 2 3 4 ml। ਇੰਨੇ ml ਹੋ ਗਏ। ਹੁਣ ਇਹਨੂੰ ਕਨਵਰਟ ਕਰ ਲਓ। ਇੱਥੇ 1 ml ਮਤਲਬ 1 ਲੀਟਰ ਮਤਲਬ 1000 ml ਆ ਪਲੱਸ 250 ml ਉੱਦਾਂ ਹੀ। ਠੀਕ ਹੈ, ਤਾਂ ਕਿੰਨਾ ਆ ਜਾਊਗਾ ਆਪਣੇ ਕੋਲ ਤੋਂ ਪਲੱਸ ਕਰਕੇ 1250 ml। ਦੋਨੋਂ ml 'ਚ ਕਨਵਰਟ ਹੋ ਗਏ ਨਾ, ਮਤਲਬ ਇੱਕ ਵੈਸਲ ਦੇ ਵਿੱਚ ਇੰਨਾ ਪੈ ਰਿਹਾ ਅਤੇ ਇੰਨਾ ਲਿਕੁਇਡ ਕਿੰਨੇ ਵੈਸਲਸ ਵਿੱਚ ਪਾਊਗਾ। ਜਦੋਂ ਇੱਦਾਂ ਦਾ ਕੁਐਸਚਨ ਆ ਜਾਏ ਨਾ ਕਿੰਨੇ ਵੈਸਲਸ ਵਿੱਚ ਪਾਊਗਾ ਤਾਂ ਹਮੇਸ਼ਾ ਉਹਦੇ ਵਿੱਚ ਆਪਾਂ ਵੱਡੀ ਟਰਮ ਜੋ ਆਪਣੀ ਆਈ ਹੈ, ਵੱਡੀ ਵੈਲਿਊ ਆਈ ਹੈ, ਉਹਨੂੰ ਹਮੇਸ਼ਾ ਆਪਾਂ ਡਿਵਾਈਡ ਕਰ ਦੇਣਾ ਛੋਟੀ ਵਾਲੀ ਵੈਲਿਊ ਨਾਲ। ਠੀਕ ਹੈ, ਆ 0 ਨਾਲ 0 ਕੱਟ ਹੋ ਜੂਗੀ। ਇਹਨੂੰ ਡਿਵਾਈਡ ਕਰਕੇ ਦੇਖ ਲਿਓ ਪਹਿਲਾਂ। ਡਿਵਾਈਡ ਕਰਨ ਦੇ ਤੁਹਾਡੇ ਕੋਲ ਆਨਸਰ ਆ ਜਾਊਗਾ 56, ਮਤਲਬ ਕਿ ਆਪਾਂ ਨੂੰ 56 ਕੈਨ ਚਾਹੀਦੀਆਂ ਤਾਂ ਜੋ ਕਿ ਇੰਨਾ ਵੋਲੀਅਮ ਆਫ ਲਿਕੁਇਡ ਕੀ ਹੈ ਫਿਲ ਹੋ ਜੇ। ਠੀਕ ਹੈ, ਤਾਂ ਨੈਕਸਟ ਆ ਗਿਆ ਆਪਣੇ ਕੋਲ ਐਕਸਰਸਾਈਜ਼ 1.4 ਨੰਬਰ ਸਿਸਟਮ ਦੀ। ਐਸਟੀਮੇਟ ਦਾ ਸਮ ਟੂ ਨੀਅਰੈਸਟ 10। ਹੁਣ ਨੀਅਰੈਸਟ 10 ਕਿਵੇਂ ਕਰਨਾ, ਧਿਆਨ ਨਾਲ ਦੇਖੋ। ਜਿਵੇਂ ਮੰਨ ਲਓ 58 ਹੀ ਹੈ, 58 ਦਾ ਨੀਅਰੈਸਟ 10 ਕੀ ਹੋਊਗਾ। 10 ਮਤਲਬ ਇੱਦਾਂ ਨਾ 10 ਵਿੱਚ ਦੇਖੋ ਕਿੰਨੀਆਂ ਜ਼ੀਰੋਜ਼ ਹੈ 1 0 ਨਾ 10 ਵਿੱਚ 1 0 ਮਤਲਬ ਆਪਾਂ ਇੱਥੇ ਵੀ ਲਾਸਟ ਵਾਲਾ 1 ਅਕਸ਼ਰ ਦੇਖਣਾ ਹੈ। ਅਗਰ ਤਾਂ ਲਾਸਟ ਵਾਲਾ 1 ਅਕਸ਼ਰ 5 ਤੋਂ ਵੱਡਾ ਹੈ, ਆਹ ਲਾਸਟ ਵਾਲਾ ਅਕਸ਼ਰ 5 ਤੋਂ ਵੱਡਾ ਹੈ ਤਾਂ ਇਹਦੇ ਵਿੱਚ ਪਲੱਸ ਆਪਾਂ ਕੀ ਕਰ ਦੇਣਾ, ਇੱਥੇ ਅਗਲੀ ਟਰਮ ਦੇ ਵਿੱਚ +1 ਐਡ ਕਰ ਦੇਣਾ। ਇਹਨੂੰ 0 ਬਣਾ ਕੇ ਅਗਲੇ 'ਚ +1 ਐਡ ਮਤਲਬ 60। ਠੀਕ ਹੈ, ਜੇ ਇਹੀ ਟਰਮ ਮੰਨ ਲਓ ਹੁੰਦੀ 53, ਆਪਾਂ ਨੀਅਰੈਸਟ 10 ਵੇਖਣਾ ਹੈ। ਨੀਅਰੈਸਟ 10 ਮਤਲਬ ਕਿੰਨੀ 0 1 ਲਾਸਟ ਟਰਮ ਵੇਖਣੀ ਮਤਲਬ ਆਪਾਂ ਲਾਸਟ ਟਰਮ 5 ਤੋਂ ਵੱਡੀ ਹੈ ਕਿ ਛੋਟੀ। ਜੇ ਲਾਸਟ ਤੋਂ ਛੋਟੀ ਹੈ ਤਾਂ ਸਿੰਪਲੀ ਬਸ ਇਹਨੂੰ 0 ਬਣਾ ਦਿਓ, ਇਹਨੂੰ ਨਹੀਂ ਚੇਂਜ ਕਰਨਾ। ਫਿਰ ਸਮਝ ਆਈ। ਫੋਰ ਐਗਜ਼ਾਮਪਲ ਕੋਈ ਹੋਰ ਟਰਮ ਲੈ ਲੈਂਦੇ ਜਿਵੇਂ 66। ਫੋਰ ਐਗਜ਼ਾਮਪਲ 66 ਨੂੰ ਆਪਾਂ ਨੀਅਰੈਸਟ 10 ਵਿੱਚ ਕਨਵਰਟ ਕਰਨਾ ਹੈ। ਨੀਅਰੈਸਟ 10 ਮਤਲਬ ਪਿੱਛੇ ਇੱਕ ਹੀ 0 ਨਾ, ਇੱਕ ਹੀ ਅਕਸ਼ਰ ਦੇਖੋ ਬਸ। ਹੁਣ ਜਿਹੜਾ ਅਕਸ਼ਰ ਹੈ ਇਹ 5 ਤੋਂ ਵੱਡਾ ਹੈ ਕਿ ਛੋਟਾ, ਵੱਡਾ ਨਾ। ਜੇ ਤਾਂ ਵੱਡਾ ਹੋਵੇ ਤਾਂ ਅਗਲੀ ਟਰਮ ਵਿੱਚ +1 ਕਰ ਦਿਓ, ਇਹਨੂੰ 0 ਬਣਾ ਕੇ ਇੱਥੇ +1 ਮਤਲਬ 66 ਦਾ ਨੀਅਰੈਸਟ 10 ਕਿਹੜਾ 70। ਹੁਣ ਇਹਨੂੰ ਵੀ ਆਪਾਂ ਇੱਦਾਂ ਸੋਲਵ ਕਰਨਾ ਹੈ। ਐਸਟੀਮੇਟ ਦਾ ਸਮ ਐਸਟੀਮੇਟ ਕਰਨਾ ਇਹਦਾ। ਪਹਿਲਾਂ ਇਹਨੂੰ ਨੀਅਰੈਸਟ 10 'ਚ ਕਨਵਰਟ ਕਰ ਲਓ। ਇਹਦਾ ਨੀਅਰੈਸਟ 10 ਕੀ ਬਣੂਗਾ, ਪਿਛਲਾ ਅਕਸ਼ਰ ਦੇਖੋ 5 ਤੋਂ ਵੱਡਾ ਹੈ ਨਾ, ਮਤਲਬ ਇਹ ਬਣ ਜੂਗਾ 60। ਇਹਦਾ ਲਾਸਟ ਟਰਮ ਦੇਖੋ 5 ਤੋਂ ਛੋਟਾ ਹੈ, ਮਤਲਬ ਇਹ ਰਹਿ ਜੂਗਾ 70। ਤਾਂ ਆਨਸਰ ਕਿੰਨਾ ਆ ਜੂਗਾ ਆਪਣੇ ਕੋਲ ਇੱਥੇ ਪਲੱਸ ਕਰਕੇ 130। ਤਾਂ ਆਪਣੇ ਕੋਲ ਐਸਟੀਮੇਟ ਆਨਸਰ ਆ ਗਿਆ 130। ਕਲੀਅਰ। ਨੈਕਸਟ ਆਪਣੇ ਕੋਲ ਕੁਐਸਚਨ ਐਸਟੀਮੇਟ ਦਾ ਸਮ ਟੂ ਨੀਅਰੈਸਟ 10। ਇਹਦੇ ਵਿੱਚ ਵੀ ਕੀ ਆਪਾਂ ਐਸਟੀਮੇਟ ਕਰਨਾ ਸਮ ਨੂੰ ਨੀਅਰੈਸਟ 10 ਵਿੱਚ। ਤਾਂ 456 ਹੈ, ਨੀਅਰੈਸਟ 10 ਬਣਾਉਣਾ ਹੈ ਮਤਲਬ ਇੱਕ ਹੀ ਅਕਸ਼ਰ ਦੇਖਣਾ ਹੈ। ਇੱਕ ਹੀ 0 ਨਾ 10 ਵਿੱਚ ਤਾਂ ਇੱਕ ਹੀ ਲਾਸਟ ਵਾਲਾ ਅਕਸ਼ਰ ਹੀ ਵੇਖਣਾ ਹੈ। ਹੁਣ ਇਹ ਲਾਸਟ ਵਾਲਾ ਅਕਸ਼ਰ 5 ਤੋਂ ਵੱਡਾ ਹੈ ਕਿ ਛੋਟਾ, ਵੱਡਾ ਹੋਣ ਤੋਂ ਬਾਅਦ ਆਪਾਂ ਕੀ ਕਰਨਾ ਹੈ, ਇਹ ਵਾਲੀ ਉਹਦੀ ਜਮਾਂ ਹੀ ਨੈਕਸਟ ਟਰਮ ਵਿੱਚ +1 ਐਡ ਕਰ ਦੇਣਾ। ਇਹਨੂੰ ਆਪਾਂ 0 ਬਣਾ ਦੇਣਾ, ਇਹਨੂੰ 0 ਬਣਾਤਾ, ਇਹਦੇ 'ਚ 1 ਐਡ ਕਰਤੀ, ਮਤਲਬ 456 ਦੀ ਨੀਅਰੈਸਟ ਕਿਹੜੀ ਹੈ 460। ਹੁਣ ਆ ਗਿਆ ਆਪਣੇ ਕੋਲ 242। ਨੀਅਰੈਸਟ 10 ਬਣਾਉਣਾ ਨਾ, ਸਿਰਫ ਲਾਸਟ ਅਕਸ਼ਰ ਦੇਖਣਾ 10 ਬਣਾਉਣ ਲਈ। ਲਾਸਟ ਅਕਸ਼ਰ 5 ਤੋਂ ਵੱਡਾ ਹੈ ਕਿ ਛੋਟਾ ਤਾਂ ਇਹਦੇ ਵਿੱਚ ਕੁਛ ਨਹੀਂ ਐਡ ਕਰਨਾ, ਬਸ ਸਿੰਪਲੀ ਇਹਨੂੰ 0 ਬਣਾਓ, ਇਹਨੂੰ ਆਪਾਂ ਉੱਦਾਂ ਹੀ ਰੱਖ ਦੇਣਾ 240। ਤਾਂ 460 ਪਲੱਸ ਆਪਾਂ ਕਰਨਾ 240 0 0 700। ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲ 700। ਠੀਕ ਹੈ, ਨੈਕਸਟ ਆ ਗਿਆ ਫਾਈਂਡ ਦਾ ਡਿਫਰੈਂਸ ਐਸਟੀਮੇਟ ਦਾ ਡਿਫਰੈਂਸ। ਐਸਟੀਮੇਟ ਕਰਨਾ ਇਹਦੇ ਵਿੱਚ ਵੀ ਆਪਾਂ ਨੀਅਰੈਸਟ 10 ਵਿੱਚ, ਜਿੱਥੇ ਬਸ ਆਪਾਂ ਸੈਂਟਰ 'ਚ ਪਲੱਸ ਕਰ ਰਹੇ ਸੀ ਹੁਣ ਸੈਂਟਰ 'ਚ ਮਾਈਨਸ ਕਰੀ ਜਾਣਾ ਹੈ। ਠੀਕ ਹੈ, 472 - 379
472 ਆਪਾਂ ਨੀਅਰੈਸਟ 10 ਬਣਾਉਣਾ ਹੈ। 10 ਮਤਲਬ 1 0 ਮਤਲਬ 1 ਅਕਸ਼ਰ ਹੀ ਵੇਖਣਾ ਹੈ। ਇਹ 1 ਅਕਸ਼ਰ 5 ਤੋਂ ਵੱਡਾ ਹੈ ਕਿ ਛੋਟਾ? ਛੋਟਾ। ਛੋਟਾ ਮਤਲਬ ਆਪਾਂ ਕੁਛ ਨਹੀਂ ਐਡ ਕਰਨਾ, ਬਸ ਇਹਨੂੰ 0 ਬਣਾ ਦਿਓ, ਅਗਲੀ ਟਰਮ ਉੱਦਾਂ ਹੀ। ਤਾਂ ਇਹ ਬਣ ਜੂਗਾ 740 ਮਾਈਨਸ ਉੱਦਾਂ ਹੀ। ਹੁਣ 379, ਇਹ ਜਿਹੜਾ 9 ਹੈ ਲਾਸਟ ਟਰਮ, 5 ਤੋਂ ਵੱਡਾ ਕਿ ਛੋਟਾ? ਵੱਡਾ। ਵੱਡਾ ਮਤਲਬ ਬਿਲਕੁਲ ਨੈਕਸਟ ਵਾਲੇ ਟਰਮ 'ਚ +1 ਐਡ ਕਰ ਦਿਓ, ਇਹਨੂੰ 0 ਬਣਾਓ, ਇਹਦੇ ਵਿੱਚ 1 ਐਡ ਕਰ ਦਿਓ, ਕਿੰਨਾ ਆਨਸਰ ਆ ਜਾਊਗਾ 380। ਮਤਲਬ ਹੁਣ ਆਪਾਂ 470 ਚੋਂ 380 ਨੂੰ ਮਾਈਨਸ ਕਰਨਾ ਹੈ। ਜੋ ਤੁਸੀਂ ਮਾਈਨਸ ਕਰੋਗੇ ਆਨਸਰ ਆ ਜਾਊਗਾ ਤੁਹਾਡੇ ਕੋਲ 360। ਤਾਂ ਨੀਅਰੈਸਟ ਆਨਸਰ ਕਿੰਨਾ ਆ ਗਿਆ ਆਪਣੇ ਕੋਲ? 360। ਕਲੀਅਰ? ਐਸਟੀਮੇਟ ਦਾ ਪ੍ਰੋਡਕਟ ਆਫ ਦਿਸ, ਇਹਦੇ ਵਿੱਚ ਆਪਾਂ ਹੁਣ ਪ੍ਰੋਡਕਟ ਕਰਨਾ। ਪ੍ਰੋਡਕਟ ਮਤਲਬ ਮਲਟੀਪਲਾਈ। 34 ਮਲਟੀਪਲਾਈ 77, ਪਹਿਲਾਂ ਦਾ ਐਸਟੀਮੇਟ ਬਣਾਓ। 34 ਵਿੱਚ ਲਾਸਟ ਟਰਮ ਦੇਖੋ, ਕਿਉਂਕਿ ਨੀਅਰੈਸਟ 10 ਹੀ ਬਣਾਉਣਾ ਹੈ। ਨੀਅਰੈਸਟ 10 ਮਤਲਬ 1 ਹੀ ਅਕਸ਼ਰ ਦਿਖਣਾ ਹੈ। ਤਾਂ 34 4 5 ਤੋਂ ਵੱਡਾ ਕਿ ਛੋਟਾ? ਛੋਟਾ। ਤਾਂ ਇਹਨੂੰ ਕੀ ਕਰੋ, ਕੁਛ ਨਹੀਂ ਕਰਨਾ, ਬਸ ਇਹਦਾ 0 ਬਣਾ ਦਿਓ, 3 ਬਣਾ ਦਿਓ। 30 + 77 'ਚ 7 5 ਤੋਂ ਵੱਡਾ ਕਿ ਛੋਟਾ? 77 ਵਿੱਚ 7 5 ਤੋਂ ਵੱਡਾ ਕਿ ਛੋਟਾ? ਵੱਡਾ। ਵੱਡਾ ਮਤਲਬ ਇੱਥੇ ਅਗਲੀ ਟਰਮ 'ਚ +1 ਕਰ ਦਿਓ, ਇਹਨੂੰ 0 ਬਣਾ ਦਿਓ, ਕੀ ਬਣ ਜੂਗਾ 80। ਹੁਣ ਆਪਾਂ ਕਰਨਾ 80 ਮਲਟੀਪਲਾਈ 30, ਆਨਸਰ ਆ ਜਾਊਗਾ 2 8 3 24 0 0। ਇੰਨਾ ਆ ਜਾਊਗਾ ਆਪਣੇ ਕੋਲ ਆਨਸਰ। ਠੀਕ ਹੈ। ਐਸਟੀਮੇਟ ਦਾ ਕੁਐਸਚਨ ਆਫ ਆਹ ਮਤਲਬ ਇਹਦੇ 'ਚ ਆਪਾਂ ਹੁਣ ਡਿਵਾਈਡ ਕਰਨਾ। ਇਹਦਾ 70 ਦਾ ਕੀ ਬਣ ਜੂਗਾ 80 ਡਿਵਾਈਡ 21 ਦਾ ਕੀ ਬਣ ਜੂਗਾ 20। ਆਨਸਰ ਆ ਜਾਊਗਾ ਆਪਣੇ ਕੋਲ 4। ਡਿਵਾਈਡ ਕਰਕੇ ਦੇਖ ਲਿਓ। ਠੀਕ ਹੈ। ਰਾਊਂਡ ਆਫ ਦ ਫੋਲੋਇੰਗ ਇੰਸਟਰਕਟਡ, ਇਹਨੂੰ ਆਪਾਂ ਰਾਊਂਡ ਆਫ ਕਰਨਾ ਫਸਟ ਟਰਮ ਨੂੰ। ਰਾਊਂਡ ਆਫ ਕਰਨਾ ਟੂ ਨੀਅਰੈਸਟ 10,000। ਨੀਅਰੈਸਟ 10,000 'ਚ ਕਰਨਾ। ਪਹਿਲੇ 10,000 ਲਿਖ ਲਓ ਕਿੱਦਾਂ ਦਾ ਹੁੰਦਾ ਹੈ। 1s 10s 100,000 10,000 ਇੱਦਾਂ ਦਾ ਹੁੰਦਾ 10,000। ਹੁਣ 10,000 ਦੇ ਵਿੱਚ ਕਿੰਨੀਆਂ ਜ਼ੀਰੋਜ਼ ਹੈ? 1 2 3 4 ਜ਼ੀਰੋਜ਼ ਹੈ ਨਾ, ਮਤਲਬ ਆਪਾਂ ਲਾਸਟ ਵਾਲੇ 4 ਅਕਸ਼ਰ ਲੈਣੇ ਆ। 1 2 3 4 ਲਾਸਟ ਵਾਲੇ 4 ਅਕਸ਼ਰ ਦੇਖੋ। ਹੁਣ ਇਹ ਲਾਸਟ ਵਾਲੇ 4 ਅਕਸ਼ਰ ਹੈ ਜਿਹੜੇ 1s 10s 100,000 ਮਤਲਬ 1000 ਟਰਮ ਤੱਕ ਆਪ ਵੇਖਣੇ ਆ। ਇਹ 1000 ਟਰਮ ਤੱਕ 5000 ਤੋਂ ਵੱਡੇ ਹੈ ਕਿ ਛੋਟੇ? ਇਹ ਕੀ ਆਪਣੇ ਕੋਲ 5000 ਤੋਂ ਵੱਡੇ। ਵੱਡੇ ਮਤਲਬ ਵੈਰੀ ਨੈਕਸਟ ਟਰਮ ਵਿੱਚ +1 ਐਡ ਕਰ ਦਿਓ। ਆ ਸਾਰਾ ਕੁਝ 0 0, ਇਹਦੇ ਵਿੱਚ 1 ਐਡ ਕਰਕੇ ਨੀਅਰੈਸਟ ਕਿਹੜਾ ਬਣ ਗਿਆ 74,000। ਠੀਕ ਹੈ। ਇਹ ਵਾਲੀ ਟਰਮ ਨੂੰ ਆਪਾਂ ਕੀ ਕਰਨਾ ਹੈ, ਨੈਕਸਟ ਟਰਮ ਨੂੰ ਨੀਅਰੈਸਟ ਲੈਖ ਵਿੱਚ ਕਰਨਾ ਹੈ। ਹੁਣ ਤਾਂ ਲੈਖ ਬਣਾਓ ਪਹਿਲਾਂ। 1s 10s 100,000 10,000 ਲੈਖ ਬਣ ਗਿਆ ਨਾ। 1s 10s 100,000 10,000 ਲੈਖ। ਲੈਖ ਵਿੱਚ ਕਿੰਨੀਆਂ ਜ਼ੀਰੋਜ਼ ਹੈ? 1। ਸਿਰਫ ਜ਼ੀਰੋਜ਼ ਕਾਊਂਟ ਕਰਨੀ ਹੈ, 1 ਨਾ ਕਾਊਂਟ ਕਰਿਓ। ਠੀਕ ਹੈ। 1 2 3 4 5 ਜ਼ੀਰੋਜ਼ ਹੈ ਨਾ, ਇਹ ਤੋਂ ਪਿੱਛੋਂ 5 ਅਕਸ਼ਰ ਕਾਊਂਟ ਕਰ ਲਓ। 1 2 3 4 5 ਆ ਸਾਰੀ ਟਰਮ। ਹੁਣ ਇਹ ਸਾਰੀ ਟਰਮ 5 ਤੋਂ ਵੱਡੀ ਹੈ, ਮਤਲਬ 1s 10s 100,000 5,000 ਤੋਂ ਵੱਡੀ ਹੈ ਕਿ 5,000 ਤੋਂ ਛੋਟੀ ਹੈ? ਵੱਡੀ ਹੈ ਨਾ, ਕਿਉਂਕਿ 57,000 ਹੈ। ਵੱਡੀ ਹੈ ਮਤਲਬ ਵੈਰੀ ਨੈਕਸਟ ਟਰਮ 'ਚ 1 ਐਡ ਕਰ ਦਿਓ, ਇਹਨੂੰ ਸਾਰੇ ਨੂੰ 0 ਬਣਾ ਦਿਓ, ਇਹਦੇ ਵਿੱਚ 1 ਐਡ ਕਰਤਾ, ਤਾਂ ਇੰਨਾ ਆ ਜਾਊਗਾ ਆਪਣੇ ਕੋਲ ਆਨਸਰ। ਠੀਕ ਹੈ। ਸਿਮਿਲਰਲੀ ਨੈਕਸਟ ਕੁਐਸਚਨ ਹੈ ਆਹ ਵਾਲਾ 8 9 4 8 1 4 7 7। ਇਹਨੂੰ ਆਪਾਂ ਨੀਅਰੈਸਟ 10 ਲੱਖ ਬਣਾਉਣਾ ਹੈ। 10 ਲੱਖ ਕਿਵੇਂ ਬਣੂਗਾ? 1s 10s 100,000 10,000 ਲੱਖ 10 ਲੱਖ। ਆ 10 ਲੱਖ ਬਣ ਗਿਆ। 10 ਲੱਖ 'ਚ ਕਿੰਨੇ ਜ਼ੀਰੋ ਹੈ? 1 2 3 4 5 6 ਜ਼ੀਰੋਜ਼ ਹੈ। 1 2 3 4 5 6 ਇੱਥੋਂ ਤੱਕ ਬਣ ਗਿਆ 6। ਹੁਣ ਆ ਪੂਰੀ ਟਰਮ 5 ਤੋਂ ਵੱਡੀ ਹੈ, ਮਤਲਬ 1s 10s 100,000 10,000 ਲੱਖ। ਇਹ 5 ਲੱਖ ਤੋਂ ਵੱਡੀ ਹੈ ਕਿ 5 ਲੱਖ ਤੋਂ ਛੋਟੀ ਹੈ? ਇਹ ਹੈਗੀ 4,81,477। ਤਾਂ 5 ਲੱਖ ਤੋਂ ਛੋਟੀ ਹੈ ਨਾ। ਛੋਟੀ ਮਤਲਬ ਕੁਛ ਨਹੀਂ ਕਰਨਾ, ਬਸ ਇਹਨੂੰ 0 0 ਬਣਾਓ, ਇਹਨੂੰ ਐਜ਼ ਸੱਚ ਰੱਖ ਦਿਓ, ਤਾਂ ਇੰਨਾ ਆ ਜਾਊਗਾ ਆਪਣੇ ਕੋਲ ਆਨਸਰ। ਠੀਕ ਹੈ। ਸਿਮਿਲਰਲੀ ਆ ਕੁਐਸਚਨ ਦੇਖ ਲਓ 2 1 3 6 8 5 9 2 6। ਇਹਨੂੰ ਆਪਾਂ ਕਰਨਾ ਨੀਅਰੈਸਟ ਕਰੋੜ। ਕਰੋੜ ਮਤਲਬ 1s 10s 100,000 10,000 ਲੱਖ 10 ਲੱਖ ਕਰੋੜ। ਠੀਕ ਹੈ। ਕਰੋੜ 'ਚ ਕਿੰਨੇ ਜ਼ੀਰੋਜ਼ ਹੈ? 2 4 5 6 7 7 ਜ਼ੀਰੋਜ਼ ਹੈ ਨਾ। 1 2 3 4 5 6 7 ਇੱਥੋਂ ਤੱਕ ਦੇਖੋ। ਬਸ ਤੁਸੀਂ ਆਹ ਵਾਲੀ ਟਰਮ ਦੇਖ ਲਿਆ ਕਰੋ, ਜਿਹੜੀ ਇੱਥੋਂ ਆਹ ਟਰਮ ਹੁੰਦੀ ਹੈ ਨਾ। ਹੁਣ ਇਹ ਟਰਮ 5 ਤੋਂ ਵੱਡੀ ਹੈ ਕਿ ਛੋਟੀ? ਛੋਟੀ ਹੈ ਨਾ, ਮਤਲਬ ਬਸ ਤੁਸੀਂ ਕੁਛ ਨਹੀਂ ਕਰਨਾ, 21 ਉਹ ਵੀ ਰੱਖੋ, ਆਹ ਸਾਰਾ ਕੁਛ 0 0 0 ਬਣਾ ਦਿਓ। ਬਸ ਜੋ ਵੀ ਲਾਸਟ ਟਰਮ ਆਉਂਦੀ ਹੁੰਦੀ ਹੈ ਨਾ, ਇਹਨੂੰ 5 ਤੋਂ ਵੱਡਾ ਕਿ ਛੋਟਾ ਉਹ ਦੇਖ ਲਿਆ ਕਰੋ, ਬਸ ਉਸ ਤੋਂ ਬਾਅਦ ਸਾਰੀ ਟਰਮ ਬਾਕੀ ਉਵੇਂ। ਕਲੀਅਰ?
ਐਸਟੀਮੇਟ ਦਾ ਸਮ ਟੂ ਨੀਅਰੈਸਟ 100। ਹੁਣ ਆਪਾਂ ਇਹ ਵਾਲਾ ਸਮ ਨੀਅਰੈਸਟ 100 ਦੇਖਣਾ ਹੈ। ਨੀਅਰੈਸਟ 100 ਮਤਲਬ ਇੱਦਾਂ ਵਾਲਾ 100 ਪਿੱਛੇ ਕਿੰਨੀਆਂ ਜ਼ੀਰੋ ਹੈ 2 2 ਤਾਂ 2 ਅਕਸ਼ਰ ਦੇਖਣੇ ਆਪਾਂ। ਹੁਣ ਇਹ 2 ਅਕਸ਼ਰ 50 ਤੋਂ ਵੱਡੇ ਆ ਕਿ ਛੋਟੇ ਛੋਟੇ, ਤਾਂ ਇਹ ਬਣ ਜਾਊਗਾ 700। ਇਹਦੇ 'ਚ ਵੀ ਲਾਸਟ 2 ਅਕਸ਼ਰ ਦੇਖੋ, ਲਾਸਟ 2 ਡਿਜਿਟਸ ਕੀ ਹੈ 50 ਤੋਂ ਵੱਡੇ ਕਿ ਛੋਟੇ ਵੱਡੇ, ਇੱਥੇ ਬਣ ਜਾਊਗਾ 600। ਤਾਂ 7 + 6 ਕਿੰਨਾ ਬਣ ਜਾਊਗਾ 1300 ਆ ਜਾਊਗਾ ਇਹਦਾ ਐਸਟੀਮੇਟ ਆਨਸਰ। ਕਲੀਅਰ। ਨੈਕਸਟ ਆ ਗਿਆ ਆਪਣੇ ਕੋਲ ਐਸਟੀਮੇਟ ਟੂ ਨੀਅਰੈਸਟ 1000। ਇਹ ਵਾਲੀ ਸਾਰੇ ਟਰਮ ਨੂੰ ਆਪਾਂ ਨੀਅਰੈਸਟ 1000 ਵਿੱਚ ਐਸਟੀਮੇਟ ਕਰਨਾ ਹੈ। 494650। ਨੀਅਰੈਸਟ 1000 ਮਤਲਬ ਕਿੰਨੇ ਅਕਸ਼ਰ ਦੇਖਣੇ 3 ਅਕਸ਼ਰ, ਲਾਸਟ 3 ਲਾਸਟ 3 ਲਾਸਟ 3। ਹੁਣ ਇਹ ਲਾਸਟ 3 5 ਤੋਂ ਵੱਡੇ ਆ ਕਿ ਛੋਟੇ, ਇੱਥੋਂ ਦੇਖ ਲਓ 5 ਤੋਂ ਵੱਡਾ ਕਿ ਛੋਟਾ ਵੱਡਾ, ਮਤਲਬ ਇੱਥੇ ਐਡ 1 ਕਰ ਦਿਓ, ਪਿੱਛੇ ਜ਼ੀਰੋਜ਼। ਆਹ ਵਾਲੇ 349 500 ਤੋਂ ਵੱਡਾ ਕਿ ਛੋਟਾ ਛੋਟਾ, ਤਾਂ ਇਹਨੂੰ ਉੱਦਾਂ ਹੀ ਰੱਖੋ, ਇੱਥੇ 0 0 0 ਕਰ ਦਿਓ। 750 500 ਤੋਂ ਵੱਡਾ ਕਿ ਛੋਟਾ ਵੱਡਾ, ਤਾਂ ਇਹਨੂੰ ਪਲੱਸ ਕਰ ਦਿਓ 1 ਇਹਦੇ 'ਚ। ਤਾਂ ਪਲੱਸ ਕਰਨ 'ਤੇ ਤੁਹਾਡੇ ਕੋਲ ਆਨਸਰ ਆ ਜਾਊਗਾ ਇੱਥੇ 76000। ਇਹ ਆ ਗਿਆ ਆਪਣੇ ਕੋਲ ਆਨਸਰ। ਠੀਕ ਹੈ। ਤਾਂ ਸਿਮਿਲਰ ਤੁਸੀਂ ਇਹ ਸਾਰੇ ਕੁਐਸਚਨ ਇੱਦਾਂ ਹੀ ਕਰ ਲੈਣੇ, ਮਤਲਬ ਬਸ ਐਸਟੀਮੇਟ ਕਰਨਾ ਹੈ। ਐਸਟੀਮੇਟ ਕਰਕੇ ਜੇ ਸਮ ਗਿਵਨ ਹੈ ਤਾਂ ਪਲੱਸ ਕਰ ਦਿਓ, ਡਿਫਰੈਂਸ ਗਿਵਨ ਹੈ ਤਾਂ ਮਾਈਨਸ, ਪ੍ਰੋਡਕਟ ਗਿਵਨ ਹੈ ਤਾਂ ਮਲਟੀਪਲਾਈ ਕਰ ਦਿਓ, ਅਤੇ ਜੇ ਕੁਐਸਚਨ ਲੱਭਣ ਨੂੰ ਕਿਹਾ ਤਾਂ ਡਿਵਾਈਡ ਕਰ ਦਿਓ। ਤਾਂ ਇਹ ਸੀ ਆਪਣਾ ਚੈਪਟਰ ਨੰਬਰ 1, ਦੈਟ ਇਜ਼ ਨੰਬਰ ਸਿਸਟਮ।